ਚਾਣਕਿਆ ਰਿਖੀ ਜੀ ਚਾਣਕਿਆ ਰਾਜਨੀਤੀ ਗ੍ਰੰਥ ਦੇ ਵਿੱਚ ਗ੍ਰਸਥੀ ਜੀਵਨ ਜਿਉਣ ਦੇ ਲਈ ਜਿਹੜੀਆਂ ਵਸਤਾਂ ਜ਼ਰੂਰੀ ਹੁੰਦੀਆਂ ਨੇ, ਜੀਵਨ ਦੇ ਵਿੱਚ ਜਿਨ੍ਹਾਂ ਵਿਪਤਾਵਾਂ ਤੋਂ ਬਚਣਾ ਜੀਵ ਨੂੰ ਚਾਹੀਦਾ ਹੈ, ਉਹਨਾਂ ਸਾਰਿਆਂ ਵਿਸ਼ਿਆਂ ਦੇ ਉੱਤੇ ਜੀਵ ਨੂੰ ਸੁਚੇਤ ਕਰਦੇ ਨੇ, ਮਨੁੱਖ ਨੂੰ ਸਮਝਾਉਂਦੇ ਨੇ, ਇਨਸਾਨ ਨੂੰ ਸਿੱਖਿਆ ਦਿੰਦੇ ਨੇ ਕਿ ਭਾਈ ਗ੍ਰਸਥੀ ਜੀਵਨ ਦੇ ਵਿੱਚ ਇਹਨਾਂ ਚੀਜ਼ਾਂ ਦਾ ਤੂੰ ਧਿਆਨ ਰੱਖਣਾ, ਜਿਹੜੀਆਂ ਤੇਰੇ ਮਾਰਗ ਦੇ ਵਿੱਚ ਗ੍ਰਸਥੀ ਜੀਵਨ ਦੇ ਵਿੱਚ ਰੁਕਾਵਟਾਂ ਨੇ, ਜਿਹੜੀਆਂ ਉਹ ਇਹ ਚੀਜ਼ਾਂ ਤੇਰੇ ਗ੍ਰਸਥੀ ਜੀਵਨ ਦੇ ਵਿੱਚ ਰੁਕਾਵਟਾਂ ਪੈਦਾ ਕਰ ਸਕਦੀਆਂ ਨੇ। ਸੋ ਕਵੀ ਚਾਣਕਿਆ ਜੀ ਚਾਣਕਿਆ ਨੀਤੀ ਗ੍ਰੰਥ ਦੇ ਵਿੱਚ ਪਹਿਲੇ ਅਧਿਆਏ ਦੇ 10ਵੇਂ ਦੋਹਰੇ ਦੇ ਵਿੱਚ ਸਮਝਾਉਂਦੇ ਹੋਏ ਕਹਿ ਰਹੇ ਨੇ, ਦੋਹਰਾ ਧਨ ਰਾਖੈ ਆਪਦਾ ਅਰਥ, ਧਨ ਕਰ ਰਾਖੈ ਨਾਰ। ਆਪਦਾ ਨਾਮ ਹੈ ਜਿਹੜਾ ਉਹ ਵਿਪਤਾ ਦਾ, ਕਿ ਵਿਪਤਾ ਦੇ ਵਾਸਤੇ ਕੀ ਕਰਨਾ ਚਾਹੀਦਾ। ਧਨ ਹੈ ਜਿਹੜਾ ਉਹ ਰਾਖਾ ਭਾਵ ਕੇ ਰੱਖਣਾ ਚਾਹੀਦਾ। ਧਨ ਰਾਖਾ ਆਪਦਾ ਅਰਥ। ਕਵੀ ਚਾਣਕਿਆ ਜੀ ਕਹਿੰਦੇ ਨੇ ਕਿ ਭਾਈ ਜੀਵ ਨੂੰ ਹਮੇਸ਼ਾ ਵਿਪਤਾ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ, ਕਿ ਕੋਈ ਵੀ ਵਿਪਤਾ ਕਿਸੇ ਵੇਲੇ ਵੀ ਜਿਹੜੀ ਉਹ ਗ੍ਰਸਥੀ ਜੀਵਨ ਦੇ ਵਿੱਚ ਜਾਂ ਵਿਹੰਗਮ ਦੇ ਲਈ ਕਿਸੇ ਸਮੇਂ ਵੀ ਕੋਈ ਵੀ ਵਿਪਤਾ ਖੜੀ ਹੋ ਜਾਂਦੀ ਹੈ ਜਾਂ ਖੜੀ ਹੋ ਸਕਦੀ ਹੈ। ਉਸ ਵਿਪਤਾ ਦੇ ਨਿਵਾਰਨ ਦੇ ਲਈ ਜੀਵ ਨੂੰ ਕਹਿੰਦੇ ਧਨ ਹੈ ਜਿਹੜਾ ਉਹ ਵਿਪਤਾ ਦੇ ਵਾਸਤੇ ਪਹਿਲਾਂ ਹੀ ਤਿਆਰ ਰੱਖਣਾ ਚਾਹੀਦਾ, ਕਿਉਂਕਿ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਮਨੁੱਖ ਪਹਿਲਾਂ ਤਾਂ ਜਵਾਨੀ ਪਹਿਰੇ ਦੇ ਵਿੱਚ ਮਾਇਆ ਬਥੇਰੀ ਇਕੱਠੀ ਕਰਦੇ ਨੇ, ਉਹ ਉਸ ਮਾਇਆ ਨੂੰ ਅਜਾਈਂ ਗਵਾਉਂਦੇ ਨੇ ਤੇ ਫਿਰ ਬੁਢੇਪੇ ਦੇ ਵਿੱਚ ਆ ਕਰਕੇ ਦਰ ਦੀਆਂ ਠੋਕਰਾਂ ਖਾਂਦੇ ਨੇ। ਸੋ ਕਹਿਣ ਦਾ ਭਾਵ ਕਿ ਆਪਣੇ ਬੁਢੇਪੇ ਵਾਸਤੇ ਵਿਪਤਾ ਦੇ ਸਮੇਂ ਨੂੰ ਕੱਟਣ ਦੇ ਲਈ ਆਪਣੇ ਕੋਲੇ ਕੁਝ ਨਾ ਕੁਝ ਜਿਹੜਾ ਉਹ ਧਨ ਜਾਂ ਕੀਮਤੀ ਵਸਤੂ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਸੋ ਨਾਲ ਹੀ ਕਵੀ ਚਾਣਕਿਆ ਜੀ ਕਹਿੰਦੇ ਨੇ, ਧਨ ਕਰ ਰਾਖੈ ਨਾਰ, ਕਿ ਭਾਈ ਆਪਣੀ ਪਤਨੀ ਦੇ ਲਈ ਵੀ ਆਪਣੀ ਇਸਤਰੀ ਦੇ ਲਈ ਵੀ ਕਹਿੰਦੇ ਧਨ ਜਿਹੜਾ ਉਹ ਰੱਖਣਾ ਜ਼ਰੂਰੀ ਹੈ, ਕਿਉਂਕਿ ਇਸਤਰੀ ਵੀ ਉਦੋਂ ਹੀ ਸੁਖੀ ਰਹਿ ਸਕਦੀ ਹੈ ਜੇਕਰ ਉਸਦੇ ਜੀਵਨ ਦੇ ਵਿੱਚ ਉਹਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਹੋਣਗੀਆਂ। ਸਦ ਆਪਣੀ ਰੱਛਾ ਕਰ, ਧਨ ਨਾਰੀ ਹਿਤਕਾਰ। ਸੋ ਆਪਣੀ ਭਾਵ ਕੇ ਜੀਵ ਦੀ ਧਨ ਹੈ ਜਿਹੜਾ ਉਹ ਰੱਛਿਆ ਕਰਦਾ, ਰੱਛਿਆ ਭਾਵ ਕਿ ਉਹ ਰਾਖੀ ਕਰਦਾ, ਹਿਫਾਜ਼ਤ ਕਰਦਾ। ਕਿਹਦੇ ਤੋਂ? ਇੱਕ ਤਾਂ ਆਉਣ ਵਾਲੀ ਵਿਪਤਾ ਤੋਂ ਜਿਹੜਾ ਧਨ ਹੈ ਉਹ ਜੀਵ ਦੀ ਹਿਫਾਜ਼ਤ ਕਰਦਾ, ਤੇ ਜੇ ਭੀੜ ਦੇ ਸਮੇਂ ਕਹਿੰਦੇ ਜਾਂ ਮੁਸ਼ਕਲ ਦੇ ਸਮੇਂ ਵਿਪਤਾ ਦੇ ਸਮੇਂ ਕੋਈ ਜਿਹੜੀ ਇਸਤਰੀ ਹੈ ਨਾ ਉਹਦੇ ਉੱਤੇ ਵੀ ਕੋਈ ਵਿਪਤਾ ਪੈਂਦੀ ਹੈ ਤੇ ਕਹਿੰਦੇ ਤਾਂ ਵੀ ਜਿਹੜਾ ਧਨ ਆ ਉਹਦੇ ਕੰਮ ਆ ਜਾਂਦਾ। ਜਾਂ ਇਹ ਕਹਿ ਲਓ ਕਿ ਭੀੜ ਦੇ ਸਮੇਂ ਧਨ ਹੈ ਜਿਹੜਾ ਉਹ ਇਸਤਰੀ ਤੋਂ ਵੀ ਜੀਵ ਦੀ ਰਾਖੀ ਕਰਦਾ। ਉਹ ਕਿਵੇਂ? ਕਿ ਕਈ ਜਿਹੜੀਆਂ ਇਸਤਰੀਆਂ ਨੇ ਉਹ ਲੋਭੀ ਹੁੰਦੀਆਂ ਨੇ, ਲਾਲਚੀ ਹੁੰਦੀਆਂ ਨੇ। ਸੋ ਜੇਕਰ ਜੀਵ ਦੇ ਕੋਲੇ ਧਨ ਹੋਵੇਗਾ ਤੇ ਕਹਿੰਦੇ ਫਿਰ ਇਸਤਰੀ ਵੀ ਛੱਡ ਕਰਕੇ ਨਹੀਂ ਜਾਂਦੀ। ਸੋ ਇਹ ਜਿਹੜਾ ਸਿੱਖਿਆ ਹੈ, ਇਹ ਵਾਹਿਗੁਰੂ ਜੀ ਜਿਹੜੀ ਇਹ ਸਿੱਖਿਆ ਚਾਣਕਿਆ ਜੀ ਨੇ ਜਿਹੜੇ ਉਹ ਸਾਨੂੰ ਦੇ ਰਹੇ ਨੇ। ਔਰ ਅੱਗੇ 11ਵੇਂ ਦੋਹਰੇ ਦੇ ਵਿੱਚ ਕਹਿੰਦੇ ਨੇ, ਦੋਹਰਾ ਏਕ ਤਜੇ ਕੁਲ ਕੇ ਲੀਏ, ਕੁਲ ਤਿਆਗੇ ਪੁਰ ਹੇਤ, ਪੁਰ ਤਿਆਗੇ ਹਿਤ ਦੇਸ ਕੇ, ਦੇਸ ਤਜੇ ਅਪਹੇਤ। ਜਿਹੜਾ ਤਜੇ ਨਾਮ ਹੈ ਨਾ, ਜਿਹੜਾ ਤਜੇ ਪਦ ਚਾਣਕਿਆ ਜੀ ਨੇ ਵਰਤਿਆ ਹੈ, ਇਹਦਾ ਉਲੱਥਾ ਕਵੀ ਸੈਨਾਪਤ ਜੀ ਨੇ ਕੀਤਾ ਹੈ।
ਇਸ ਭਾਸ਼ਾ ਦਾ ਜਿਹੜਾ ਤਰਜਮਾ ਹੈ ਉਹ ਕਵੀ ਸੈਨਾਪਤ ਜੀ ਨੇ ਕੀਤਾ। ਸੋ ਤਜੇ ਦਾ ਅਰਥ ਹੈ ਕਿ ਛੱਡ ਦੇਵੇ। ਕੁੱਲ ਨਾਮ ਹੈ ਜਿਹੜਾ ਉਹ ਵੰਸ਼ ਦਾ, ਖਾਨਦਾਨ ਦਾ। ਸੋ ਚਾਣਕੇ ਜੀ ਕਹਿੰਦੇ ਨੇ, ਕਹਿੰਦੇ ਏਕ ਤਜੇ ਕੁੱਲ ਕੇ ਲਈ। ਕਹਿੰਦੇ ਜੇ ਆਪਣੇ ਵੰਸ਼ ਨੂੰ ਬਚਾਉਣ ਦੇ ਲਈ ਕੋਈ ਪਰਿਵਾਰ ਦਾ ਇੱਕ ਮੈਂਬਰ ਜਿਹੜਾ ਮਾੜੀਆਂ ਹਰਕਤਾਂ ਕਰਦਾ ਹੋਵੇ, ਗਲਤ ਹੋਵੇ, ਕਹਿੰਦੇ ਉਹਨੂੰ ਛੱਡ ਦੇਣਾ ਚਾਹੀਦਾ। ਜਾਂ ਕਿਸੇ ਵੀ ਪ੍ਰਕਾਰ ਕਰਕੇ ਇੱਕ ਬੰਦੇ ਕਰਕੇ ਸਾਰੇ ਪਰਿਵਾਰ ਨੂੰ ਵਿਪਤਾ ਖੜੀ ਹੁੰਦੀ ਹੋਵੇ, ਕਹਿੰਦੇ ਉਸ ਮੈਂਬਰ ਨੂੰ ਛੱਡ ਦੇਣਾ ਚਾਹੀਦਾ। ਕੁੱਲ ਤਿਆਗੀ ਪੁਰ ਹੇਤ। ਕਹਿੰਦੇ ਜਿਸ ਨਗਰ ਦੇ ਵਿੱਚ ਤੁਸੀਂ ਰਹਿ ਰਹੇ ਹੋਵੋ, ਜੇਕਰ ਤੁਹਾਡਾ ਪਰਿਵਾਰ ਜਿਹੜਾ ਉਹ ਉਸ ਨਗਰ ਦੇ ਲਈ ਕੋਈ ਵਿਪਤਾ ਖੜੀ ਕਰਦਾ, ਚਾਹੇ ਤੁਸੀਂ ਸ਼ਹਿਰ ਦੇ ਵਿੱਚ ਰਹਿ ਰਹੇ ਹੋਵੋ, ਚਾਹੇ ਪਿੰਡ ਦੇ ਵਿੱਚ ਰਹਿ ਰਹੇ ਹੋਵੋ, ਜਿਸ ਇਲਾਕੇ ਦੇ ਵਿੱਚ ਵੀ ਤੁਸੀਂ ਰਹਿ ਰਹੇ ਹੋ, ਕਹਿੰਦੇ ਜੇ ਤੁਹਾਡਾ ਪਰਿਵਾਰ ਉਸ ਇਲਾਕੇ ਦੇ ਲੋਕਾਂ ਵਾਸਤੇ ਵਿਪਤਾ ਬਣਦਾ, ਉਸ ਇਲਾਕੇ ਦੇ ਲੋਕਾਂ ਨੂੰ ਮੁਸੀਬਤ ਦੇ ਵਿੱਚ ਪਾਉਂਦਾ, ਤਾਂ ਕਹਿੰਦੇ ਕੀ ਕਰਨਾ ਚਾਹੀਦਾ? ਕੁੱਲ ਤਿਆਗੇ ਪੁਰ ਹੇਤ। ਕਹਿੰਦੇ ਲੋਕਾਂ ਦੇ ਭਲੇ ਦੇ ਵਾਸਤੇ, ਸ਼ਹਿਰ ਨੂੰ ਬਚਾਉਣ ਦੇ ਲਈ, ਕਹਿੰਦੇ ਆਪਣੀ ਕੁੱਲ ਦਾ ਵੀ ਤਿਆਗ ਕਰ ਦੇਣਾ ਚਾਹੀਦਾ। ਪੁਰ ਨਾਮ ਹੈ ਜਿਹੜਾ ਉਹ ਨਗਰ ਦਾ ਹੈ। ਪੁਰ ਨਾਮ ਹੈ ਨਾ ਜਿਹੜਾ ਉਹ ਜਿੱਥੇ ਵੀ ਤੁਸੀਂ ਰਹਿੰਦੇ ਹੋ ਉਸ ਇਲਾਕੇ ਦਾ, ਨਗਰ ਦਾ, ਜਿਸ ਇਲਾਕੇ ਸ਼ਹਿਰ ਪਿੰਡ ਦੇ ਵਿੱਚ ਤੁਸੀਂ ਰਹਿ ਰਹੇ ਹੋ। ਪੁਰ ਤਿਆਗੇ ਹਿਤ ਦੇਸ ਕੇ। ਕਹਿੰਦੇ ਜਿਸ ਨਗਰ ਦੇ ਵਿੱਚ ਤੁਸੀਂ ਰਹਿ ਰਹੇ ਹੋ, ਜੇ ਉਹ ਜਿਹੜਾ ਨਗਰ ਹੈ ਉਹ ਦੇਸ਼ ਦੇ ਲਈ ਚੰਗਾ ਨਹੀਂ ਹੈ ਨਾ, ਭਾਵ ਕਿ ਉਹ ਜਿਹੜਾ ਨਗਰ ਹੈ, ਜਿਹੜਾ ਉਸ ਨਗਰ ਦੇ ਵਿੱਚ ਰਹਿੰਦੇ ਹਾਂ, ਜੇਕਰ ਤੁਹਾਨੂੰ ਪਤਾ ਲੱਗ ਜਾਵੇ ਕਿ ਭਾਈ ਇਹ ਜਿਹੜਾ ਨਗਰ ਹੈ ਇਹ ਦੇਸ਼ ਵਿਰੋਧੀ ਨਗਰ ਹੈ, ਇਹ ਤੁਹਾਡੇ ਦੇਸ਼ ਦੇ ਲਈ ਕੋਈ ਵਿਪਤਾ ਖੜੀ ਕਰ ਸਕਦਾ ਹੈ, ਤਾਂ ਕਹਿੰਦੇ ਉਸ ਨਗਰ ਨੂੰ ਵੀ ਛੱਡ ਦੇਣਾ ਚਾਹੀਦਾ ਹੈ। ਸੋ ਦੇਖੋ ਕੀ ਕੁਝ ਛੱਡਣ ਨੂੰ ਕਿਹਾ। ਕਹਿੰਦੇ ਜੇ ਪਰਿਵਾਰ ਦੇ ਵਿੱਚ ਇੱਕ ਬੰਦਾ ਗਲਤ ਹੋਵੇ, ਸਾਰੇ ਪਰਿਵਾਰ ਨੂੰ ਉਹਦੇ ਕਰਕੇ ਸੰਤਾਪ ਭੋਗਣਾ ਪਵੇ, ਕਹਿੰਦੇ ਉਹ ਪਰਿਵਾਰਕ ਮੈਂਬਰ ਛੱਡ ਦਿਓ। ਜੇ ਤੁਹਾਡੇ ਪਰਿਵਾਰ ਕਰਕੇ ਤੁਹਾਡੇ ਇਲਾਕੇ ਦੇ ਜਿਹੜੇ ਲੋਕ ਦੁਖੀ ਹੋਣਗੇ, ਤਾਂ ਕਹਿੰਦੇ ਉਹ ਲੋਕਾਂ ਨੂੰ ਦੁੱਖ ਨਹੀਂ ਦੇਣਾ, ਆਪਣਾ ਪਰਿਵਾਰ ਹੀ ਛੱਡ ਦਿਓ। ਤੇ ਜੇਕਰ ਉਸ ਇਲਾਕੇ ਦੇ ਲੋਕ ਨੇ ਜਿਹੜੇ ਉਹ ਪੂਰੀ ਜਨਤਾ ਨੂੰ, ਆਸੇ ਪਾਸੇ ਦੇ ਨਗਰ ਦੇ ਲੋਕਾਂ ਨੂੰ ਦੁਖੀ ਕਰ ਰਹੇ ਹੋਣਗੇ, ਤਾਂ ਕਹਿੰਦੇ ਫਿਰ ਉਹ ਜਿਹੜਾ ਨਗਰ, ਉਹ ਇਲਾਕਾ ਜਾਂ ਉਹ ਜਿਹੜਾ ਮਾਹੌਲ ਹੈ ਜਿੱਥੇ ਤੁਸੀਂ ਰਹਿ ਰਹੇ ਹੋ, ਕਹਿੰਦੇ ਉਹਨੂੰ ਆਪਣੇ ਬਚਾਅ ਵਾਸਤੇ ਜਾਂ ਦੇਸ਼ ਦੇ ਭਲੇ ਦੇ ਲਈ ਕਹਿੰਦੇ ਛੱਡ ਦੇਣਾ ਚਾਹੀਦਾ। ਤੇ ਨਾਲ ਹੀ ਕਹਿੰਦੇ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਦੇਸ ਤਜੇ ਅਪ ਹੇਤ। ਅਪ ਨਾਮ ਹੈ ਜਿਹੜਾ ਉਹ ਆਪਣੇ ਵਾਸਤੇ, ਹੇਤ ਨਾਮ ਕੇ ਵਾਸਤੇ, ਕਿ ਭਾਈ ਜਿੱਥੇ ਤੁਸੀਂ ਇੰਨਾ ਕੁਝ ਕੀਤਾ ਉੱਥੇ ਇੱਕ ਗੱਲ ਨੂੰ ਚੇਤੇ ਰੱਖਣਾ ਹੈ ਕਿ ਭਾਈ ਆਪਣੇ ਭਲੇ ਵਾਸਤੇ ਜੇ ਦੇਸ਼ ਵੀ ਛੱਡਣਾ ਪਵੇ, ਕਹਿੰਦੇ ਉਹ ਦੇਸ਼ ਵੀ ਛੱਡ ਦੇਣਾ ਚਾਹੀਦਾ। ਦੇਖੋ ਲੋਕਾਂ ਦੇ ਭਲੇ ਦੇ ਲਈ ਪਹਿਲਾਂ ਤੁਸੀਂ ਆਪਣੇ ਪਰਿਵਾਰ ਦੇ ਭਲੇ ਦੇ ਲਈ ਆਪਣਾ ਪਰਿਵਾਰਕ ਜੀ ਤਿਆਗਿਆ, ਫਿਰ ਉਸ ਨਗਰ ਦੇ ਲਈ ਆਪਣੀ ਕੁੱਲ ਵੰਸ਼ ਨੂੰ ਤਿਆਗਿਆ। ਤੇ ਜੇਕਰ ਆਪਣੀ ਵੰਸ਼ ਕੁੱਲ ਤਿਆਗਣ ਤੋਂ ਬਾਅਦ ਉਸ ਇਲਾਕੇ ਜਾਂ ਨਗਰ ਦੇ ਲੋਕ ਨੇ ਜਿਹੜੇ ਉਹ ਤੁਹਾਡੇ ਦੇਸ਼ ਨੂੰ ਖਤਰਾ ਪਹੁੰਚਾਉਣ, ਤੇ ਕਹਿੰਦੇ ਫਿਰ ਉਹ ਨਗਰ ਛੱਡ ਦੇਣਾ ਚਾਹੀਦਾ। ਤੇ ਕਹਿੰਦੇ ਜਿਸ ਦੇਸ਼ ਦੇ ਵਿੱਚ ਤੁਸੀਂ ਸੁਰੱਖਿਅਤ ਨਹੀਂ, ਤੁਹਾਨੂੰ ਆਪਣੀ ਜਾਨ ਹੈ ਜਿਹੜੀ ਉਹ ਦਾਅ ਦੇ ਉੱਤੇ ਲਾ ਕੇ ਰੱਖਣੀ ਪਵੇ, ਤੁਹਾਡੇ ਉੱਤੇ ਵਿਪਤਾ ਕੋਈ ਨਾ ਕੋਈ ਖੜੀ ਹੋ ਜਾਵੇ, ਤਾਂ ਕਹਿੰਦੇ ਫਿਰ ਇਹੋ ਜਿਹਾ ਜਿਹੜਾ ਦੇਸ਼ ਹੈ ਉਹ ਆਪਣੇ ਬਚਾਅ ਵਾਸਤੇ ਛੱਡ ਦੇਣਾ ਚਾਹੀਦਾ। ਦੋਹਰਾ ਬ੍ਰਿਤ ਨਹੀਂ ਬਾਂਧਵ ਨਹੀਂ, ਵਿਦਿਆ ਪ੍ਰਾਪਤ ਨਾਹੀ। ਬ੍ਰਿਤ ਨਾਮ ਹੈ ਜਿਹੜਾ ਇਹ ਵ੍ਰਿਤ ਤੋਂ ਬ੍ਰਿਤ ਬਣਿਆ, ਜਾਂ ਕਹਿ ਲਈਏ ਬ੍ਰਿਤ ਕਹਿ ਲਓ, ਵ੍ਰਿਤ ਕਹਿ ਲਓ, ਇਹ ਦੋਵੇਂ ਇੱਕੋ ਹੀ ਨੇ, ਪਰ ਇਹਨਾਂ ਦਾ ਅਰਥ ਸੇਮ ਹੀ ਨੇ। ਕਿ ਜਿਵੇਂ ਬ੍ਰਿਤ ਨਾਮ ਹੈ ਜਿਹੜਾ ਉਹ ਰੋਟੀ ਦਾ,
ਰਿਜ਼ਕ ਦਾ ਜਾਂ ਆਪਾਂ ਰੁਜ਼ਗਾਰ ਦਾ ਕਹਿ ਸਕਦੇ ਹਾਂ, ਉਪਜੀਵਕਾ ਕਹਿ ਸਕਦੇ ਹਾਂ। ਕਹਿੰਦੇ ਨੇ ਬ੍ਰਿਤ ਨਹੀਂ ਬਾਂਧਵ ਨਹੀਂ। ਕਹਿੰਦੇ ਜਿਸ ਦੇਸ਼ ਦੇ ਵਿੱਚ ਕੋਈ ਰੁਜ਼ਗਾਰ ਨਹੀਂ, ਰੋਟੀ ਕਮਾਉਣ ਦਾ ਕੋਈ ਸਾਧਨ ਨਹੀਂ, ਬਾਂਧਵ ਨਾਮ ਹੈ ਜਿਹੜਾ ਕਿ ਕੋਈ ਮਿੱਤਰ ਨਹੀਂ, ਸਾਕ ਸੰਬੰਧੀ ਰਿਸ਼ਤੇਦਾਰ ਨਹੀਂ, ਵਿੱਦਿਆ ਪ੍ਰਾਪਤ ਨਹੀਂ। ਤੇ ਕਹਿੰਦੇ ਪੜ੍ਹਾਈ ਲਿਖਾਈ ਕਰਨ ਦੇ ਲਈ ਕੋਈ ਵਿੱਦਿਆ ਪ੍ਰਾਪਤ ਕਰਨ ਦਾ ਸਾਧਨ ਨਹੀਂ ਹੈ, ਕੋਈ ਉਹਦਾ ਵਿੱਦਿਆ ਪ੍ਰਾਪਤ ਕਰਨ ਦਾ ਕੋਈ ਟਿਕਾਣਾ ਨਹੀਂ ਹੈ ਜਾਂ ਕੋਈ ਸਹੂਲਤ ਨਹੀਂ ਹੈ ਵਿੱਦਿਆ ਦੀ। ਨਹਿ ਆਦਰ ਜਿਹ ਦੇਸ ਮਹਿ। ਕਹਿੰਦੇ ਜਿਸ ਦੇਸ਼ ਦੇ ਵਿੱਚ ਤੁਹਾਡਾ ਮਾਣ ਨਹੀਂ, ਸਨਮਾਨ ਨਹੀਂ, ਸਤਿਕਾਰ ਨਹੀਂ, ਕਿਉਂ ਬਸੀਏ ਤਿਹ ਮਾਹੀ। ਕਹਿੰਦੇ ਫਿਰ ਉੱਥੇ ਰਹਿਣਾ ਕਾਹਦੇ ਵਾਸਤੇ ਆ? ਉੱਥੇ ਰਹਿ ਕਰਕੇ ਕੀ ਕਰਨਾ? ਜਿਸ ਦੇਸ਼ ਦੇ ਵਿੱਚ ਤੁਹਾਡਾ ਸਤਿਕਾਰ ਨਹੀਂ, ਮਾਣ ਨਹੀਂ, ਸਤਿਕਾਰ ਨਹੀਂ, ਫਿਰ ਇਹੋ ਜਿਹੇ ਦੇਸ਼ ਦੇ ਵਿੱਚ ਰਹਿ ਕਰਕੇ ਵੀ ਇਨਸਾਨ ਕੀ ਕਰੇਗਾ? ਸੋ ਅੱਜ ਸਾਡੀ ਵੀ ਹਾਲਤ ਕੁਝ ਇਹੋ ਜਿਹੀ ਹੋਈ ਪਈ ਹੈ। ਬਸ ਇੱਕ ਜਲਾਲਤ ਨੂੰ ਅਸੀਂ ਮਹਿਸੂਸ ਕਰ ਰਹੇ। ਇੱਕ ਜਲਾਲਤ ਹੈ ਜਿਹੜੀ ਉਹ ਸਾਨੂੰ ਦੇਖਣੀ ਪੈਂਦੀ ਹੈ। ਜਲੀਲ ਹੋਣਾ ਪੈਂਦਾ ਇਸ ਦੇਸ਼ ਦੇ ਵਿੱਚ ਰਹਿੰਦਿਆਂ ਹੋਇਆਂ, ਜਿੱਥੇ ਸਾਨੂੰ ਬਾਰ-ਬਾਰ ਗੁਲਾਮੀ ਦਾ ਹੀ ਅਹਿਸਾਸ ਕਰਵਾਇਆ ਜਾਂਦਾ। ਸੋ ਪਰ ਅਸੀਂ ਇਹ ਦੇਸ਼ ਛੱਡਣਾ ਨਹੀਂ। ਅਸੀਂ ਇਸ ਦੇਸ਼ ਦੇ ਵਾਸੀ ਹਾਂ। ਸਾਡੇ ਕਰਕੇ ਸਾਡੇ ਬਜ਼ੁਰਗਾਂ ਨੇ, ਵੱਡਿਆਂ ਨੇ ਇਸ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ। ਸੋ ਅਸੀਂ ਇਸ ਦੇਸ਼ ਨੂੰ ਛੱਡ ਕੇ ਤਾਂ ਨਹੀਂ ਜਾ ਸਕਦੇ, ਪਰ ਜਦੋਂ ਕਿਤੇ ਆਪਣੇ ਪੰਥ ਤੇ ਗ੍ਰੰਥ ਦੀ ਗੱਲ ਆਵੇਗੀ ਉਦੋਂ ਫਿਰ, ਜਾਂ ਜਦੋਂ ਕਿਤੇ ਪੰਥ ਤੇ ਗ੍ਰੰਥ ਦੀ ਗੱਲ ਆਉਂਦੀ ਹੈ ਉਦੋਂ ਫਿਰ ਸਾਨੂੰ ਇਕਮੁੱਠ ਹੋ ਕਰਕੇ ਸੰਘਰਸ਼ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ। ਸੋ ਰਹੋ ਵਿਚਾਰ। ਅਗਲੇ ਦੋਹਰੇ ਦੇ ਵਿੱਚ ਚਾਣਕੇ ਜੀ ਕਹਿੰਦੇ ਨੇ, ਇਹ ਹੁਣ ਚਾਣਕੇ ਜੀ ਨੇ ਜਿਹੜੇ ਇੱਕ ਨੀਤੀ ਦੱਸਦੇ ਨੇ ਕਿ ਭਾਈ ਕਾਰੋਬਾਰ ਦੇ ਵਿੱਚ ਜਾਂ ਕੋਈ ਵੀ ਅਸੀਂ ਕਾਰਜ ਕਰਨਾ ਹੈ, ਕੋਈ ਰੁਜ਼ਗਾਰ ਸ਼ੁਰੂ ਕਰਨਾ, ਕੋਈ ਵੀ ਅਸੀਂ ਜਿਹੜਾ ਕਿੱਤਾ ਆਰੰਭ ਕਰਨ ਲੱਗੇ ਹਾਂ ਨਾ, ਤਾਂ ਉਹਦੇ ਵਿੱਚ ਜਿਹੜੀ ਨੀਤੀ ਹੈ ਉਹਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਇੱਕ ਜੁਗਤੀ ਦਿੰਦੇ ਨੇ ਜੀਵਨ ਦੇ ਵਿੱਚ ਸਫਲ ਹੋਣ ਦੇ ਲਈ। ਕਿਹੜੀ ਜੁਗਤੀ ਹੈ? ਕਹਿੰਦਾ ਏਕ ਪਾਏ ਧਰ ਦ੍ਰਿੜ ਕਰੈ। ਪਾਏ ਨਾਮ ਹੈ ਜਿਹੜਾ ਉਹ ਪੈਰ ਦਾ, ਏਕ ਨਾਮ ਇੱਕ, ਧਰ ਨਾਮ ਹੈ ਜਿਹੜਾ ਉਹ ਧਰਤੀ ਦਾ। ਏਕ ਪਾਏ ਧਰ ਦ੍ਰਿੜ ਕਰੈ ਕਿ ਭਾਈ ਪਹਿਲਾਂ ਇੱਕ ਜਿਹੜਾ ਪੈਰ ਹੈ ਨਾ ਉਹ ਧਰਤੀ ਦੇ ਉੱਤੇ ਦ੍ਰਿੜ ਕਰ ਲਵੇ, ਇੱਕ ਪੈਰ ਜਮਾ ਲਵੇ। ਜੇਕਰ ਕੋਈ ਵੀ ਕਾਰੋਬਾਰ ਕਰਨਾ ਹੈ, ਕੋਈ ਕੰਮਕਾਰ ਕਰਨਾ ਹੈ, ਕਿਸੇ ਵੀ ਕਾਰਜ ਨੂੰ ਤੁਸੀਂ ਹੱਥ ਪਾਇਆ ਤਾਂ ਕਹਿੰਦੇ ਪਹਿਲਾਂ ਭਾਈ ਇੱਕ ਪੈਰ ਜਮਾ ਲਵੋ। ਭਾਵ ਕਿ ਕੋਈ ਬੰਦਾ ਨਵਾਂ ਕੰਮ ਕਰਦਾ ਜਾਂ ਕਿਤੇ ਨੌਕਰੀ ਕਰ ਰਿਹਾ, ਹੁਣ ਉਹਨੇ ਨੌਕਰੀ ਛੱਡਣੀ ਹੈ ਤਾਂ ਕਹਿੰਦੇ ਪਹਿਲਾਂ ਭਾਈ ਆਪਣੀ ਉਪਜੀਵਕਾ ਨੂੰ ਜਾਰੀ ਰੱਖਣ ਦੇ ਲਈ ਨਵੀਂ ਇੱਕ ਨੌਕਰੀ ਲੱਭ ਲਵੇ, ਜਾਂ ਨਵੀਂ ਨੌਕਰੀ ਲੱਭ ਕਰਕੇ ਉੱਥੇ ਪੂਰੀ ਗੱਲਬਾਤ ਕਰਕੇ ਜੁਆਇਨਿੰਗ ਕਰਕੇ ਫਿਰ ਦੂਜੇ ਪਾਸਿਓਂ ਜਵਾਬ ਦੇਵੇ। ਇਹ ਨਹੀਂ ਕਿ ਪਹਿਲਾਂ ਇੱਕ ਪਾਸੇ ਅਸੀਂ ਜਵਾਬ ਦੇ ਦਿੱਤਾ ਕੰਮ ਤੋਂ, ਰੋਟੀ ਤੋਂ ਵਿਹਲੇ ਬੈਠ ਕੇ, ਕੋਈ ਰੁਜ਼ਗਾਰ ਦਾ ਸਾਧਨ ਨਹੀਂ ਰਿਹਾ ਤੇ ਫਿਰ ਦੂਜੇ ਪਾਸੇ ਕੰਮ ਲੱਭਦਾ ਫਿਰੇ। ਸੋ ਇਸ ਤਰ੍ਹਾਂ ਨਹੀਂ ਕਰਨਾ। ਕਹਿੰਦੇ ਇਹ ਇੱਕ ਨੁਕਤਾ ਦੱਸਦੇ ਨੇ ਕਵੀ ਚਾਣਕੇ ਜੀ, ਏਕ ਪਾਏ ਧਰ ਦ੍ਰਿੜ ਕਰੈ ਤਬ ਉਠਾਵੈ ਔਰ। ਕਹਿੰਦੇ ਇੱਕ ਪੈਰ ਪਹਿਲਾਂ ਜਮਾ ਲਓ, ਫਿਰ ਦੂਜਾ ਪੈਰ ਹੈ ਜਿਹੜਾ ਉਹ ਪਟਣਾ ਚਾਹੀਦਾ। ਜਬ ਲਗ ਆਗਾ ਦ੍ਰਿੜ ਨਹੀਂ। ਹੁਣ ਆਗਾ ਨਾਮ ਹੈ ਪਹਿਲਾ ਕਿ ਭਾਈ ਜਿੰਨਾ ਸਮਾਂ ਤੁਹਾਨੂੰ ਲੱਗਦਾ ਕਿ ਭਾਈ ਮੂਹਰੇ ਤੁਹਾਨੂੰ ਕੋਈ ਕੰਮਕਾਰ ਨਹੀਂ ਮਿਲ ਰਿਹਾ, ਤੁਹਾਡਾ ਮੂਹਰਲਾ ਕਾਰਜ ਦੇ ਵਿੱਚ ਕਿਸੇ ਪ੍ਰਕਾਰ ਦਾ ਵਿਘਨ ਲੱਗ ਰਿਹਾ, ਤਾਂ ਕਹਿੰਦੇ ਕੀ ਕਰਨਾ ਚਾਹੀਦਾ? ਤਬ ਲਗ ਤਜੇ ਨ ਠੌਰ। ਕਹਿੰਦੇ ਓਨਾ ਸਮਾਂ ਪਿਛਲਾ ਜਿਹੜਾ ਟਿਕਾਣਾ ਨਾ, ਜਿੱਥੇ ਤੁਸੀਂ ਕਾਰੋਬਾਰ ਕਰਦੇ ਹੋ, ਜਿੱਥੇ ਤੁਸੀਂ ਰਹਿ ਰਹੇ ਹੋ, ਕੋਈ ਵੀ ਰਣਨੀਤੀ ਤੁਸੀਂ ਉਲੀਕੀ ਹੈ ਤਾਂ ਉਹ ਭਾਈ ਛੱਡਣਾ ਨਹੀਂ ਚਾਹੀਦਾ। ਸੋ ਇਹ ਜਿਹੜੀ ਸਿੱਖਿਆ ਹੈ ਉਹ ਚਾਣਕੇ ਜੀ ਦੇ ਰਹੇ ਨੇ। ਇਹ ਜਿਹੜੇ ਬਚਨ ਨੇ ਬੜੇ ਅਮੋਲਕ ਬਚਨ ਨੇ, ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੇ ਬਚਨ ਨੇ। ਦੋਹਰਾ ਜਹਾਂ ਸਾਹੋ ਨੈ ਨਦੀ ਨਹਿ, ਵੈਦਿ ਜੋਤ ਕੀ ਨਾਹਿ, ਨਹਿ ਰਹੀਐ ਤਿਹ ਦੇਸ ਮੈਂ, ਚਾਰੋ ਨਹਿ ਜਿਹ ਮਾਹਿ।
ਹੁਣ ਕਵੀ ਚਾਣਕੇ ਜੀ ਕਹਿੰਦੇ ਨੇ ਕਿ ਜਿੱਥੇ ਭਾਈ ਸਾਹੋ ਨਾਮ ਹੈ ਸ਼ਾਹੂਕਾਰ ਦਾ, ਨਦੀ ਨਾਮ ਕੇ ਭਾਈ ਪਾਣੀ ਦਾ ਕੋਈ ਸੋਮਾ ਨਾ ਹੋਵੇ, ਵੈਦਿਆ ਭਾਈ ਕਿ ਜਿੱਥੇ ਕੋਈ ਹਕੀਮ ਨਾ ਹੋਵੇ, ਜੋਤਕੀ ਭਾਵ ਕਿ ਕੋਈ ਸਿਆਣਾ ਪੁਰਸ਼ ਜਿਹੜਾ ਕਿ ਕਿਸੇ ਮੁਸ਼ਕਲ ਦੇ ਸਮੇਂ ਕੋਈ ਸਿਆਣੀ ਗੱਲ ਦੱਸ ਕੇ ਸਾਡੀ ਮੁਸ਼ਕਲ ਦਾ ਸਮਾਧਾਨ ਕਰ ਦੇਵੇ। ਸੋ ਕਹਿੰਦੇ ਭਾਈ ਜਿੱਥੇ ਇਹ ਜਿਹੜੇ ਚਾਰ ਸੁਵਿਧਾਵਾਂ ਨਾ ਹੋਣ, ਜਿਸ ਇਲਾਕੇ ਦੇ ਵਿੱਚ ਕੋਈ ਸ਼ਾਹੂਕਾਰ ਨਾ ਹੋਵੇ ਜਿਹਦੇ ਤੋਂ ਬੰਦਾ ਕੋਈ ਖਾਣ ਪੀਣ ਦੀ ਵਸਤੂ ਜਾਂ ਹੋਰ ਸਾਜੋ ਸਮਾਨ ਲੈ ਸਕਦਾ ਹੋਵੇ, ਲੋੜ ਪੈਣ ਤੇ ਬਿਪਤਾ ਦੇ ਸਮੇਂ ਧਨ ਆਦਿਕ ਲੈ ਸਕਦਾ ਹੋਵੇ, ਤੇ ਜਿਸ ਇਲਾਕੇ ਦੇ ਵਿੱਚ ਪੀਣ ਦੇ ਲਈ ਕਦੇ ਪਾਣੀ ਨਾ ਹੋਵੇ, ਤੇ ਵੈਦਿਆ ਨਾਮ ਕੇ ਭਾਈ ਉੱਥੇ ਜੇ ਕੋਈ ਬੰਦਾ ਢਿੱਲ ਮੱਠ ਹੋ ਜਾਵੇ, ਬਿਮਾਰ ਹੋ ਜਾਵੇ, ਤੇ ਕਹਿੰਦੇ ਕੋਈ ਡਾਕਟਰ ਨਾ ਹੋਵੇ, ਹਕੀਮ ਵੈਦ ਨਾ ਹੋਵੇ, ਤੇ ਸਲਾਹ ਦੇਣ ਦੇ ਲਈ ਕੋਈ ਸਿਆਣਾ ਜਿਹੜਾ ਜੋਤਕੀ ਕੋਈ ਚੰਗਾ ਬੰਦਾ ਨਾ ਹੋਵੇ, ਤੇ ਕਹਿੰਦੇ ਫਿਰ ਕੀ ਕਰਨਾ ਚਾਹੀਦਾ। ਨ ਰਹੀ ਹੈ ਤਹ ਦੇਸ਼ ਮੈਂ, ਕਹਿੰਦੇ ਉਸ ਦੇਸ਼ ਉਸ ਇਲਾਕੇ ਦੇ ਵਿੱਚ ਰਹਿਣਾ ਨਹੀਂ ਚਾਹੀਦਾ ਜਿੱਥੇ ਚਾਰੋਂ ਨਹ ਜਿਹ ਮਾਹੀ, ਜਿੱਥੇ ਇਹ ਚਾਰੇ ਚੀਜ਼ਾਂ ਨਾ ਹੋਵਣ ਉੱਥੇ ਕਦੇ ਵੀ ਰਹਿਣਾ ਨਹੀਂ ਚਾਹੀਦਾ। ਕਿਉਂਕਿ ਡਾਕਟਰ ਹੈ ਜਿਹੜਾ ਨਾ, ਜੇਕਰ ਸਾਡੇ ਜੀਵਨ ਦੇ ਵਿੱਚ ਕਿਤੇ ਵੀ ਕੋਈ ਢਿੱਲ ਮੱਠ ਹੋ ਜਾਵੇ ਤਾਂ ਇਨਸਾਨ ਦੇ ਲਈ ਸਭ ਤੋਂ ਪਹਿਲਾਂ ਦਵਾ ਦਾਰੂ ਦੇ ਲਈ ਡਾਕਟਰ ਹੋਣਾ ਜ਼ਰੂਰੀ ਹੈ। ਤੇ ਜੇਕਰ ਇਲਾਕੇ ਵਿੱਚ ਡਾਕਟਰ ਹੀ ਨਾ ਹੋਵੇ ਤੇ ਫਿਰ ਉੱਥੇ ਰਹਿ ਕਰਕੇ ਵੀ ਕੀ ਕਰੇਗਾ ਇਨਸਾਨ। ਸੋ ਪੀਣ ਦੇ ਲਈ ਪਾਣੀ ਵੀ ਜ਼ਰੂਰੀ ਹੈ, ਤੇ ਫਿਰ ਜਿੱਥੇ ਪੀਣ ਦੇ ਲਈ ਪਾਣੀ ਜ਼ਰੂਰੀ ਹੈ ਤੇ ਉੱਥੇ ਹੀ ਭਾਈ ਜ਼ਿੰਦਗੀ ਦੀਆਂ ਹੋਰ ਲੋੜਾਂ ਵਸਤੂਆਂ ਪੂਰੀ ਕਰਨ ਦੇ ਲਈ ਕੋਈ ਨਾ ਕੋਈ ਸ਼ਾਹੂਕਾਰ ਹੈ ਜਿਹੜਾ ਉਹ ਵੀ ਹੋਣਾ ਚਾਹੀਦਾ। ਕੋਈ ਸਲਾਹ ਦੇਣ ਦੇ ਲਈ, ਕੋਈ ਕਾਰੋਬਾਰ ਬੰਦੇ ਨੇ ਆਰੰਭ ਕਰਨਾ ਉਹਦੇ ਲਈ ਕੋਈ ਚੰਗਾ ਜਿਹੜਾ ਪੁਰਸ਼ ਉਹ ਵੀ ਹੋਣਾ ਚਾਹੀਦਾ। ਸੋ ਅਗਲੇ ਦੋਹਰੇ ਦੇ ਵਿੱਚ ਕਵੀ ਚਾਣਕੇ ਜੀ ਕਹਿੰਦੇ ਨੇ ਦੋਹਰਾ ਅਤ ਤੇਜਸਵੀ ਨਿਰਪ ਤਜਹੁ ਤਜਿਹੁ ਕਪਟੀ ਮੀਤ। ਅਤ ਨਾਮ ਹੈ ਕਹਿੰਦੇ ਬਹੁਤਾ, ਤੇਜਸਵੀ ਹੈ ਜਿਹੜਾ ਉਹ ਤੇਜ ਗੁੱਸੇ ਵਾਲਾ ਹੋਵੇ। ਕਹਿੰਦੇ ਨਿਰਪ ਨਾਮ ਰਾਜੇ ਦਾ, ਕਹਿੰਦੇ ਭਾਈ ਜਿਸ ਦੇਸ਼ ਦਾ ਰਾਜਾ ਕ੍ਰੋਧੀ ਹੋਵੇ ਨਾ, ਕਹਿੰਦੇ ਇਹੋ ਜਿਹੇ ਕ੍ਰੋਧੀ ਰਾਜੇ ਦਾ ਰਾਜ ਹੈ ਨਾ ਜਿਹੜਾ ਤਜਿਓ ਨਾਮ ਪਾ ਕੇ ਛੱਡ ਦੇਵੇ। ਕਵੀ ਚਾਣਕ ਜੀ ਕਹਿੰਦੇ ਨੇ ਅਤ ਤੇਜਸਵੀ ਨਿਰਪ ਤਜਹੁ ਤਜਿਹੁ ਕਪਟੀ ਮੀਤ, ਕਹਿੰਦੇ ਇਹੋ ਜਿਹਾ ਰਾਜਾ ਉਹਦੇ ਰਾਜ ਦੇ ਵਿੱਚ ਕਦੇ ਵੀ ਰਹਿਣਾ ਨਹੀਂ ਚਾਹੀਦਾ ਜਿਹੜਾ ਰਾਜਾ ਕ੍ਰੋਧੀ ਹੋਵੇ। ਤੇ ਕਹਿੰਦੇ ਤਜਿਹੁ ਕਪਟੀ ਮੀਤ, ਧੋਖੇਬਾਜ਼ ਜਿਹੜਾ ਦੋਸਤ ਮਿੱਤਰ ਹੈ ਨਾ, ਕਹਿੰਦੇ ਜਿਹੜਾ ਕਪਟੀ ਬੰਦਾ ਉਹ ਕਪਟੀ ਬੰਦੇ ਨੂੰ ਵੀ ਛੱਡ ਦੇਣਾ ਚਾਹੀਦਾ। ਇਹੋ ਜਿਹੇ ਕਪਟੀ ਦਾ ਸੰਗ ਨਹੀਂ ਕਰਨਾ ਚਾਹੀਦਾ। ਸੋ ਸਵਾਮੀ ਤਜਹੁ ਅਤ ਕ੍ਰਿਪਣ, ਕਹਿੰਦੇ ਭਾਈ ਸਵਾਮੀ ਨਾਮ ਹੈ ਜਿਹੜਾ ਉਹ ਮਾਲਕ ਦਾ, ਜਿੱਥੇ ਤੁਸੀਂ ਨੌਕਰੀ ਕਰਦੇ ਹੋ, ਜਿੱਥੇ ਤੁਸੀਂ ਕੰਮ ਕਰਦੇ ਹੋ, ਜੇ ਉੱਥੋਂ ਦਾ ਜਿਹੜਾ ਮਾਲਕ ਹੈ ਨਾ, ਜੇਕਰ ਉਹ ਜਿਹੜਾ ਕ੍ਰਿਪਣ ਨਾਮ ਹੈ ਨਾ, ਕ੍ਰਿਪਣ ਨਾਮ ਕੰਜੂਸ ਦਾ ਹੈ, ਜੇਕਰ ਉਹ ਭਾਈ ਕੰਜੂਸ ਹੈ ਨਾ, ਤਾਂ ਕਹਿੰਦੇ ਕੰਜੂਸ ਮਾਲਕ ਨੂੰ ਕੀ ਕਰਨਾ ਚਾਹੀਦਾ, ਛੱਡ ਦੇਣਾ ਚਾਹੀਦਾ। ਕਹਿੰਦੇ ਕਿਉਂ ਛੱਡਣਾ ਚਾਹੀਦਾ ਜੀ ਕੰਜੂਸ ਮਾਲਕ ਨੂੰ? ਕ੍ਰਿਤਨ ਸੋ ਕਿਆ ਪ੍ਰੀਤ, ਕ੍ਰਿਤਨ ਨਾਮ ਜਿਹੜਾ ਕ੍ਰਿਤ ਕਨ, ਇਹ ਅਸਲ ਦੇ ਵਿੱਚ ਪਾਠ ਹੈ ਜਿਹੜਾ ਉਹ ਕ੍ਰਿਤ ਕਨ, ਕ੍ਰਿਤ ਕਨ ਸੋ ਕਿਆ ਪ੍ਰੀਤ। ਹੁਣ ਕ੍ਰਿਤ ਕਨ ਜਿਹੜਾ ਕਿ ਅਕਿਰਤ ਘਣ ਆਪਾਂ ਜਿਹਨੂੰ ਕਹਿ ਦਿੰਦੇ ਆ, ਅਕਿਰਤ ਘਣ ਕੋਈ ਬੰਦਾ ਹੋਵੇ ਜਿਹੜਾ ਕਿਸੇ ਦੇ ਕੀਤੇ ਹੋਏ ਗੁਣਾਂ ਨੂੰ ਉਪਕਾਰਾਂ ਨੂੰ ਵਿਸਾਰ ਦਿੰਦਾ ਹੋਵੇ। ਕਹਿੰਦੇ ਇਹੋ ਜਿਹੇ ਸਵਾਮੀ ਦੇ ਕੋਲੇ ਵੀ, ਮਾਲਕ ਦੇ ਕੋਲੇ ਵੀ ਰਹਿਣਾ ਨਹੀਂ ਚਾਹੀਦਾ ਭਾਈ। ਜਿਹੜਾ ਮਾਲਕ ਹੈ ਤੁਹਾਡੇ ਕੀਤੇ ਹੋਏ ਉਪਕਾਰਾਂ ਨੂੰ ਭੁਲਾ ਦੇਵੇ, ਜਾਂ ਇਹੋ ਜਿਹਾ ਨੌਕਰ ਨਹੀਂ ਰੱਖਣਾ ਚਾਹੀਦਾ ਜਿਹੜਾ ਕਿ ਮਾਲਕ ਦੇ ਕੀਤੇ ਹੋਏ ਗੁਣਾਂ ਨੂੰ ਭੁਲਾ ਦੇਵੇ। ਸੋ ਚਾਣਕੇ ਜੀ ਕਹਿੰਦੇ ਨੇ ਕਿ ਭਾਈ ਇਹਨਾਂ ਨੂੰ ਛੱਡ ਦੇਣਾ ਚਾਹੀਦਾ, ਇਹਨਾਂ ਨਾਲ ਕਾਹਦਾ ਪਿਆਰ ਰੱਖਣਾ। ਕਿਉਂਕਿ ਜਿਹੜਾ ਰਾਜਾ ਕ੍ਰੋਧੀ ਹੋਵੇਗਾ ਨਾ, ਤਾਂ ਉਹਦੇ ਰਾਜ ਦੇ ਵਿੱਚ ਜੇ ਕੋਈ ਛੋਟੀ ਮੋਟੀ ਗਲਤੀ ਕਰ ਦੇਵੇ, ਕਹਿੰਦੇ ਕ੍ਰੋਧੀ ਦਾ ਇਹ ਨਹੀਂ ਪਤਾ ਕਿ ਕਿਸੇ ਨੇ ਜੇ ਛੋਟੀ ਮੋਟੀ ਗਲਤੀ ਕੀਤੀ ਹੈ ਤਾਂ ਕਹਿ ਦੇਵੇ ਕਿ ਭਾਈ ਇਹਨੂੰ ਫਾਹੇ ਟੰਗ ਦਿਓ, ਕਿਉਂਕਿ ਵਿਰੋਧੀ ਬੰਦੇ ਦਾ ਕੋਈ ਪਤਾ ਨਹੀਂ। ਜਿਵੇਂ ਆਪਾਂ ਦੇਖਦੇ ਹਾਂ ਨਾ ਕਿ ਜਦੋਂ ਕੋਈ ਸ਼ਾਸਕ ਆ ਜਿਹੜਾ ਉਹ ਹੰਕਾਰੀ ਹੋ ਜਾਵੇ, ਕ੍ਰੋਧੀ ਹੋ ਜਾਵੇ, ਤੇ ਫਿਰ ਉਹ ਜੀਵਨ ਦੇ ਵਿੱਚ ਨਾ ਪ੍ਰਜਾ ਨੂੰ ਕਹਿੰਦੇ ਬਹੁਤ ਦੁਖੀ ਕਰਦਾ ਹੁੰਦਾ। ਸੋ ਕਹਿੰਦੇ ਕ੍ਰੋਧੀ ਰਾਜੇ ਦੇ ਰਾਜ ਦੇ ਵਿੱਚ ਰਹਿਣਾ ਨਹੀਂ ਚਾਹੀਦਾ। ਅੱਗੇ ਦੋਹਰੇ ਦੇ ਵਿੱਚ ਕਵੀ ਚਾਣਕੇ ਜੀ ਕਹਿੰਦੇ ਨੇ ਦੋਹਰਾ
अबृत देश को त्यागिए बृत उपद्रवी त्याग। अबृत नाम है ना जिहड़ा, अबृत नाम है जिहड़ा रोजी रोटी दा, कपड़े दा, जां आपां कह लईए कि मनुख दे लई जिहड़ियां चीज़ां वा जरूरी ने उन्हां दा नाम अबृत है। सीधे लफ्ज़ां दे विच जे आपां कह लईए अबृत देश को त्यागीए कि भाई जिथे तुहाडे कमाई दा कोई साधन नहीं, तुहाडीआं लोड़ां पूरीआं करन दे लई कोई रोज़गार नहीं, तां कहंदे वो देश वो इलाका जिहड़ा है उस नूं त्याग दिओ, उहनूं छड्ड दिओ, उत्थे रहना नहीं चाहीदा। बृत उपद्रवी त्याग। हुण बृत नाम है कहंदे कमाई दा, उपद्रवी लड़ाई झगड़े वाली। कहंदे जिस काम दे विच लड़ाई झगड़ा हुंदा होवे, जिस रोजगार दे विच तुहानूं पता कि भाई लड़ाई दे चांस हैगे ने, झगड़ा जिथे बार बार हुंदा रहे, कहंदे भाई इहो जी जगह दे उत्ते रोजगार ना जिहड़ा जां इहो जी जिहड़ी कमाई है वो नहीं करनी चाहिए, जिहदे करके कलेश होवे। इहो जिहा काम नहीं करना चाहिए जिथे रोज रोज कलेश हुंदा होवे। कहंदे वो जिहड़ा काम वो छड्ड देना चाहिए है। कृपण कृत कनी त्याग प्रभु रहन तिन सो लाग। कृपण नाम है जिहड़ा वो कहंदे सूम कंजूस। कृत कनी कहंदे एहसान है जिहड़ा, जिवें पिछले पासे भी पिछले दोहे दे विच भी पाठ आया सीगा। कृत कन जिहड़ा वो किसी दे कीते होए उपकार ने जिहड़े उन्हां नूं भुला देण वाला बंदा। सो कहंदे भाई जिहड़ा कोई मनुख है जिहड़ा किसी भी चीज़ दा मालक होवे तां कहंदे उस मालक दे लई काम करे दा कोई फायदा नहीं। एक तां ओह कहंदे कंजूस होवे, दूजा अकरत घण होवे, तां कहंदे फिर उहदे लई काम करे दा भी कोई फायदा नहीं, छड्ड देना चाहिए। काम करके इंसान की करेगा जद तुहाडे कीते होए काम दा, तुहाडे कीते होए गुण दा जे किसी ने कोई मुल नहीं ना पाया तां फिर वो जिहड़ा इस तरह हो जाता जिवें सच्चे पातशाह गुरु ग्रंथ साहिब महाराज जी की बाणी कहती है कि बिन गाहक गुण बेची है तो गुण सहग हो जाए, गुण का गाहक जे मिले तो गुण लाख विकाए। सो कहंदे भाई जे कोई गुण का गाहक होवे तां उहनूं पता हुंदा गुण का की मुल है, की कदर है गुण दी। सो बांदर दे लई तां कहंदे लाल भी जिहड़ा वो पत्थर ही हुंदा। सो जिहड़ा कोई अग्यानी मनुख है उहदे लई तां गुणवान बंदा भी है जिहड़ा वो कोई बहुते ज़्यादा मायने नहीं रखदा, पर जिहड़ा कोई विद्वान सज्जण है ना, जिहड़ा कोई तत्वेता पुरुष है उहनूं पता कि भाई विद्वान की की कीमत है, किसी ज्ञानी सिंह की की कीमत है, किसी पढ़े लिखे संप्रदायी सिंह की की कीमत है। सरोह विचार कवि चाणक्य जी कहते हैं कि भाई इहो जे मालक नूं छड्ड देना चाहिए जिहड़ा मालक एक तां कंजूस होवे, दूजा अकिरत कण होवे, किसी दे कीते होए उपकार ने जिहड़े उन्हां नूं भुला देण वाला होवे। सो अगे 17वें दोहरे दे विच कवि चाणक्य जी कहंदे ने दोहरा छाड़ जाए धन कह गए कि भाई जदों धन छड्ड धन जदों चला गया ना तां कहंदे धन दे जाण दे नाल की होवेगा। पुत्र मित्र हितु नार कहंदे पुत्र भी छड्ड जाऊगा, मित्र भी छड्ड जाणगे, हितु नाम है जिहड़ा वो प्रेमी साक संबंधी भी छड्ड जाणगे, नार कहंदे जिहड़ी विआह करके लिआंदी है वो भी छड्ड के चली जावेगी। कहंदे इहने जाना क्यों है? छाड़ जाए धन कह गए, कहंदे इन्हां चारां ने ना धन दे जाण करके ही छड्ड के चले जाना है। धन आवे जब पुरख पाए, कहंदे जदों धन आ जावेगा इंसान कोले बंदे कोले आए मिले यह चार, तां कहंदे इन्हां चारां ने दोबारा आ करके उस बंदे नूं मिलना, अपने आप ही आ करके मिल जांदे ने। जिस आपां कहने भी जदों बंदे कोले माया चली जाती है तां सारे साक संबंधी छड्ड जांदे ने, ते जदों माया आ जाती है फिर सारे कहंदे ने कि ये भाई मेरा, ये मेरा, ये मेरा, मैं इहदा। फिर सारे कहंदे ने जिवें सच्चे पातशाह महाराज की बाणी कहंदी है ना
ਕਿ ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੋ ਚਿਤ ਨ ਧਰੇ। ਕਿ ਭਾਈ ਨਿਰਧਨ ਬੰਦੇ ਨੂੰ ਕੋਈ ਵੀ ਆਦਰ ਜਿਹੜਾ ਉਹ ਮਾਣ ਸਨਮਾਨ ਨਹੀਂ ਮਿਲਦਾ। ਕਿਸੇ ਵੀ ਪ੍ਰਕਾਰ ਕਰਕੇ ਨਿਰਧਨ ਬੰਦਾ ਜਿਹੜਾ ਉਹ ਵਡਿਆਈ ਨਹੀਂ ਪਾ ਸਕਦਾ। ਸੋ ਰਹੋ ਵਿਚਾਰ। ਹੁਣ ਕਵੀ ਚਾਣਕੇ ਜੀ ਕਹਿੰਦੇ ਨੇ ਕਿ ਧਨ ਆਵੇ ਜਬ ਪੁਰਖ ਪੈ, ਆਏ ਮਿਲੇ ਇਹ ਚਾਰ। ਕਿ ਜਦੋਂ ਬੰਦੇ ਕੋਲੇ ਧਨ ਵਾਪਸ ਆ ਜਾਵੇ ਨਾ, ਜਦੋਂ ਬੰਦੇ ਕੋਲੇ ਧਨ ਆ ਗਿਆ ਤਾਂ ਕਹਿੰਦੇ ਫਿਰ ਪੁੱਤਰ ਵੀ ਆਪਣਾ ਕਹਿੰਦੇ ਨੇ, ਮਿੱਤਰ ਵੀ ਕਹਿੰਦੇ ਨੇ, ਸਾਕ ਸੰਬੰਧੀ ਵੀ ਕਹਿੰਦੇ ਨੇ। ਫਿਰ ਉਹੀ ਨਾਰ ਹੈ ਜਿਹੜੀ ਛੱਡ ਕੇ ਜਾਂਦੀ ਹੈ, ਬਾਅਦ ਦੇ ਵਿੱਚ ਉਹੀ ਨਾਰ ਕਹਿੰਦੀ ਹੈ ਕਿ ਮੈਂ ਤਾਂ ਇਹਦੇ ਲਈ ਅਰਦਾਸਾਂ ਕਰਦੀ ਸੀ। ਸੋ ਰਹੋ ਵਿਚਾਰ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਵੀ ਦੋ ਪ੍ਰਮਾਣ ਨੇ ਜਿਹੜੇ ਉਹ ਮਿਲਦੇ ਨੇ। ਜਿਵੇਂ ਕਿ ਪਹਿਲਾ ਪ੍ਰਮਾਣ ਆਪ ਜੀ ਨੇ ਸ਼ਰਵਣ ਕੀਤਾ ਹੈ ਕਿ ਨਿਰਤਨ ਆਦਰ ਕੋਈ ਨਾ ਦੇ। ਦੂਜਾ ਜਿਹੜਾ ਪ੍ਰਮਾਣ ਹੈ, ਜਬ ਹੀ ਨਿਰਤਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ। ਕਿ ਜਦੋਂ ਇਨਸਾਨ ਨੂੰ ਨਿਰਤਨ ਹੋਇਆ ਦੇਖਿਆ ਤੇ ਕਹਿੰਦੇ ਫਿਰ ਸਾਰੇ ਜਿਹੜੇ ਉਹ ਛੱਡ ਕਰਕੇ ਚਲੇ ਜਾਂਦੇ ਨੇ, ਭੱਜ ਜਾਂਦੇ ਨੇ। ਜਿਵੇਂ ਭਾਵਰਸ ਸਮਰਤ ਦੇ ਵਿੱਚ ਵੀ ਅੱਗੇ ਬਚਨ ਆਉਣਗੇ, ਨਰ ਆਪਦ ਅਵਤਾਰ ਦਾਹੇ ਲਗੇ, ਨਰ ਔਰ ਬਿਹੰਗਮ ਦੂਰ ਪਧਾਰੇ। ਕਿ ਜਦੋਂ ਬੰਦਾ ਵਿਪਤਾ ਦੇ ਵਿੱਚ ਫਸ ਜਾਂਦਾ ਨਾ, ਫਿਰ ਕਹਿੰਦੇ ਸਾਰੇ ਸਾਕ ਸੰਬੰਧੀ ਰਿਸ਼ਤੇਦਾਰ ਨੇ ਜਿਹੜੇ ਉਹ ਛੱਡ ਕਰਕੇ ਚਲੇ ਜਾਂਦੇ ਨੇ। ਫਿਰ ਕੋਈ ਵੀ ਕਿਸੇ ਪ੍ਰਕਾਰ ਕਰਕੇ ਬਾਂਹ ਨਹੀਂ ਫੜਦਾ। ਸਾਰੇ ਫਿਰ ਇਹ ਕਹਿੰਦੇ ਨੇ ਵਿਪਤਾ ਦੇ ਵਿੱਚ ਫਿਰ ਇਹੀ ਸੋਚਦੇ ਨੇ ਕਿ ਭਾਈ ਕਿਤੇ ਹੁਣ ਸਾਨੂੰ ਫੋਨ ਨਾ ਕਰ ਦੇਵੇ, ਕਿਤੇ ਅੱਧੀ ਰਾਤ ਨੂੰ ਇਹਦੇ ਲਈ ਉੱਠ ਕਰਕੇ ਜਾਣਾ ਪਵੇ। ਸੋ ਫਿਰ ਤਾਂ ਕਹਿੰਦੇ ਫੋਨ ਚੱਕਣ ਤੋਂ ਵੀ ਕੰਨੀ ਕਤਰਾਉਂਦੇ ਨੇ ਕਿ ਹੁਣ ਇਹਦਾ ਫੋਨ ਆ ਗਿਆ ਤੇ ਇਹਨੇ ਕੋਈ ਨਾ ਕੋਈ ਮੰਗ ਹੀ ਕਰਨੀ ਹੈ। ਸੋ ਫਿਰ ਵਿਪਤਾ ਦੇ ਵਿੱਚ ਤਾਂ ਰਿਸ਼ਤੇਦਾਰ ਵੀ ਏਦਾਂ ਹੀ ਸੋਚਦੇ ਨੇ। ਸੋ ਇਹ ਜਿਹੜੇ ਹੁਣ ਚਾਣਕੇ ਨੀਤੀ ਦੇ ਅਮੋਲਕ ਵਚਨ ਨੇ ਨਾ, ਇਹ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੇ ਵਚਨ ਨੇ ਕਵੀ ਚਾਣਕੇ ਜੀ ਦੇ। ਕਿਉਂਕਿ ਕਵੀ ਚਾਣਕੇ ਜੀ ਨੇ ਇਹ ਗੱਲ ਕਲੀਅਰ ਕੀਤੀ ਹੈ ਨਾ ਕਿ ਭਾਈ ਜੇ ਕੋਈ ਮਨੁੱਖ ਜਿਹੜਾ ਉਹ ਚਾਣਕੇ ਨੀਤੀ ਨੂੰ ਪੜ੍ਹਦਾ ਤਾਂ ਉਹ ਚਾਣਕੇ ਨੀਤੀ ਨੂੰ ਪੜ੍ਹਨ ਕਰਕੇ ਉਹਦੇ ਵਿੱਚ ਗਿਆਨ ਜਿਹੜਾ ਉਹ ਪੈਦਾ ਹੋ ਜਾਂਦਾ। ਤੇ ਜਦੋਂ ਗਿਆਨ ਪੈਦਾ ਹੋ ਗਿਆ, ਉਹਨੂੰ ਪਤਾ ਲੱਗ ਗਿਆ, ਤੇ ਕਹਿੰਦੇ ਫਿਰ ਉਹ ਕਦੇ ਮਾਰ ਨਹੀਂ ਖਾਂਦਾ ਆਪਣੀ ਜੀਵਨ ਦੇ ਵਿੱਚ। ਕਵੀ ਚਾਣਕੇ ਜੀ ਨੇ ਇਸ ਗ੍ਰੰਥ ਨੂੰ ਰਚਣ ਦਾ ਕਾਰਨ ਵੀ ਦੱਸਿਆ। ਕੀ ਕਹਿੰਦੇ ਨੇ ਕਿ ਜੋ ਇਹ ਸ਼ਾਸਤਰ ਪੜ੍ਹੈ ਸੋ ਨਰ ਚਤੁਰਤਾ ਪਾਵੈ, ਜੋ ਜਹ ਸ਼ਾਸਤਰ ਪੜ੍ਹੈ ਪਰਮ ਉਪਦੇਸ਼ ਦ੍ਰਿੜਾਵੈ। ਜੋ ਯਹ ਸ਼ਾਸਤਰ ਪੜ੍ਹੈ ਬਿਨਾ ਕਰਨਾ ਅਨਕਰਣਾ, ਜਾਨੈ ਸੁਭ ਅਰ ਅਸੁਭ ਕਠਨ ਅਰ ਜਰਣਾ। या वह बुद्ध की वृद्ध हवै वह शास्त्र भाखा करो, सर्वज्ञ होए नर जो पढ़ै रतन बचन या मैं करो। सो कवि चाणके जी ने गल कही है कि भाई ये शास्त्र पढ़न दे नाल इंसान जिहड़ा ओहदे विच चतुरता आ जावेगी, ਉਹ ਪਰਮ ਉਪਦੇਸ਼ ਨੂੰ ਪਾ ਲਵੇਗਾ। ਤੇ ਇਹ ਸ਼ਾਸਤਰ ਪੜ੍ਹਨ ਦੇ ਨਾਲ ਉਹਨੂੰ ਪਤਾ ਲੱਗ ਜਾਵੇਗਾ ਕਿ ਭਾਈ ਕਿਹੜਾ ਕੰਮ ਕਰਨੇ ਯੋਗ ਆ, ਕਿਹੜਾ ਕੰਮ ਨਹੀਂ ਕਰਨੇ ਯੋਗ। ਇਸ ਸ਼ਾਸਤਰ ਦੇ ਪੜ੍ਹਨ ਦੇ ਨਾਲ ਉਹਦੇ ਵਿੱਚ ਇੱਕ ਅਜਰ ਸ਼ਕਤੀ ਪੈਦਾ ਹੋ ਜਾਵੇਗੀ। ਉਹਨੂੰ ਜਰਨਾ ਜਿਹੜਾ ਉਹ ਪਤਾ ਲੱਗ ਜਾਵੇਗਾ ਭਾਈ ਕਿਸੇ ਨੂੰ ਕਿਸੇ ਵੀ ਮੁਸੀਬਤ ਸਮੇਂ ਕਿਵੇਂ ਸੰਤੋਖ ਹੈ ਜਿਹੜਾ ਉਹ ਧਾਰਨ ਕਰਕੇ ਰੱਖਣਾ। ਤੇ ਨਾਲ ਹੀ ਕਵੀ ਚਾਣਕੇ ਜੀ ਨੇ ਕਿਹਾ ਕਿ ਯਾ ਮਹਿ ਬੁੱਧ ਕੀ ਬ੍ਰਿਧ ਹੈ। ਇਸ ਗ੍ਰੰਥ ਦੇ ਪੜ੍ਹਨ ਦੇ ਨਾਲ ਕਹਿੰਦੇ ਬੁੱਧੀ ਦੇ ਵਿੱਚ ਬ੍ਰਿਧੀ ਹੋ ਜਾਂਦੀ ਹੈ, ਬੁੱਧੀ ਵੱਧ ਜਾਂਦੀ ਹੈ। ਕਹਿੰਦੇ ਨੇ ਭਾਈ ਇਹੋ ਜਿਹੇ ਅਸੀਂ ਇਹ ਸ਼ਾਸਤਰ ਬਣਾਉਣ ਲੱਗੇ ਆ। ਸਰਬੱਗ ਹੋਏ ਨਰ ਜੋ ਪੜ੍ਹੈ ਰਤਨ ਬਚਨ ਜਾ ਮੈਂ ਤਰੋ। ਕਿ ਭਾਈ ਚੇਤਨ ਹੋ ਕਰਕੇ ਜਾਂ ਕਹਿ ਲਈਏ ਕਿ ਭਾਈ ਲਾਇਕ ਹੋ ਕਰਕੇ ਜੇ ਕੋਈ ਮਨੁੱਖ ਇਸ ਗ੍ਰੰਥ ਨੂੰ ਪੜ੍ਹੇਗਾ ਤਾਂ ਕਹਿੰਦੇ ਉਹਦੇ ਲਈ ਅਸੀਂ ਅਮੋਲਕ ਰਤਨਾਂ ਵਰਗੇ ਜਿਹੜੇ ਬਚਨ ਨੇ ਉਹ ਇਸ ਗ੍ਰੰਥ ਦੇ ਵਿੱਚ ਰੱਖ ਰਹੇ ਹਾਂ। ਐਸੇ ਲਾਇਕ ਪੁਰਸ਼ਾਂ ਦੇ ਲਈ ਅਸੀਂ ਇਸ ਗ੍ਰੰਥ ਦੇ ਵਿੱਚ ਬਚਨ ਰੱਖੇ ਨੇ। ਸੋ ਇਹ ਕਵੀ ਚਾਣਕੇ ਜੀ ਨੇ ਸਾਨੂੰ 17 ਦੋਹਰਿਆਂ ਦੇ ਵਿੱਚ ਇਹ ਉਪਦੇਸ਼ ਦਿੱਤਾ।